हाँ जी, सत श्री अकाल जी सारिਆਂ ਨੂੰ। ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਲੈ ਕੇ ਆਏ ਹਾਂ 10th ਕਲਾਸ ਦਾ ਮੈਥ ਦਾ ਜਿਹੜਾ ਨਵੰਬਰ ਟੈਸਟ ਬਾਈ ਮੰਥਲੀ ਟੈਸਟ ਹੈ ਉਹਦੇ ਲਈ ਇੱਕ ਸੈਂਪਲ ਪੇਪਰ ਜੋ ਕਿ ਬਹੁਤ ਹੀ ਇੰਪੋਰਟੈਂਟ ਕੁਐਸਚਨਾਂ ਨਾਲ ਭਰਪੂਰ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਸਾਰੇ ਕੁਐਸਚਨਾਂ ਨੂੰ ਅਸੀਂ ਕਰਾਂਗੇ ਡਿਸਕਸ। ਪਰ ਜੇਕਰ ਤੁਸੀਂ ਸਾਡੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਪਹਿਲੀ ਵਾਰ ਤਾਂ ਇੱਕ ਛੋਟਾ ਜਿਹਾ ਕੰਮ ਜ਼ਰੂਰ ਕਰ ਦੇਣਾ ਜੀ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਠੀਕ ਹੈ। ਸੋ ਬਿਨਾਂ ਕਿਸੇ ਦੇਰੀ ਦੇ ਕਰਦੇ ਹਾਂ ਜੀ ਸ਼ੁਰੂ ਅੱਜ ਦੇ ਆਪਣੇ ਇਸ ਪੇਪਰ ਨੂੰ। 40 ਮਿੰਟ ਦਾ ਤੁਹਾਨੂੰ ਸਮਾਂ ਮਿਲੇਗਾ। 20 ਨੰਬਰ ਦਾ ਤੁਹਾਡਾ ਕੁੱਲ ਪੇਪਰ ਜਿਹੜਾ ਆ ਉਹ ਹੋਵੇਗਾ। ਭਾਗ ਊੜੇ ਤੇ ਆ ਜੋ ਹਰੇਕ ਪ੍ਰਸ਼ਨ 1 ਅੰਕ ਦਾ ਹੋਏਗਾ। ਈਚ ਕੁਐਸਚਨ ਕੈਰੀਜ਼ 1 ਮਾਰਕਸ। ਹਾਂਜੀ, ਤਾਂ ਇੱਕ ਗੱਲ ਹੋਰ ਦੱਸ ਦਈਏ, ਇਹ ਪੇਪਰ ਬਾਈਲੈਂਗੁਅਲ ਪੇਪਰ 'ਚ ਹੈ, ਯਾਨੀ ਕਿ ਇੰਗਲਿਸ਼ ਪਲੱਸ ਪੰਜਾਬੀ ਦੋਨੋਂ ਇਕੱਠੇ ਹੀ ਹੈ। ਇਸ ਕਰਕੇ ਦੋਨਾਂ ਨੂੰ ਹੀ ਜਿਹੜੇ ਵਿਦਿਆਰਥੀ ਆ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਨੂੰ ਦੋਨਾਂ ਨੂੰ ਇੱਕੋ ਹੀ ਵੀਡੀਓ ਦੇ ਵਿੱਚ ਹੱਲ ਮਿਲ ਜਾਏਗਾ, ਠੀਕ ਹੈ ਜੀ। ਤੋ ਇਹਦੇ ਵਿੱਚ ਜਿਹੜੇ ਨਾ ਸਾਰੇ ਪ੍ਰਸ਼ਨ ਕਰਵਾਏ ਗਏ ਆ, ਜਿਹੜੇ ਆਪਸ਼ਨ ਦੇ ਵਿੱਚ ਦਿੱਤੇ ਆ ਉਹ ਵੀ ਪ੍ਰਸ਼ਨ ਕਰਵਾਏ ਗਏ ਆ, ਤਾਂ ਜੋ ਤੁਹਾਨੂੰ ਜਿਹੜਾ ਵੀ ਸੌਖਾ ਲੱਗੇ ਤੁਸੀਂ ਉਹ ਅਟੈਂਪਟ ਕਰ ਸਕੋ। ਫਸਟ ਹੈਗਾ ਸਹੀ ਵਿਕਲਪ ਚੁਣੋ, ਚੂਜ਼ ਦਾ ਕਰੈਕਟ ਆਪਸ਼ਨ। ਆਕ੍ਰਿਤੀ ਵਿੱਚ ਦਿਖਾਈ ਦੇ ਰਿਹਾ ਹੈ ਦਿੱਤੀ ਰੇਖਾ ਹੈ, ਯਾਨੀ ਕਿ ਆਹ ਜਿਹੜੀ ਰੇਖਾ ਹੈ ਕੀ ਹੈ, ਠੀਕ ਹੈ ਜੀ। ਇਨ ਦਾ ਗਿਵਨ ਫਿਗਰ ਗਿਵਨ ਲਾਈਨ ਇਜ਼ ਅ ਡੈਸ਼। ਸੋ ਸਾਨੂੰ ਪਤਾ ਆ ਜਿਹੜੀ ਟੇਜੈਂਟ ਤੋਂ ਥੋੜ੍ਹੀ ਜਿਹੀ ਅੰਦਰ ਆਹ ਵਾਲੀ ਰੇਖਾ ਜਿਹੜੀ ਇਹਨਾਂ ਨੇ ਦੱਸੀ ਆ ਇਹਨੂੰ ਅਸੀਂ ਕੀ ਕਹਿੰਦੇ ਆ ਜੀ, ਕਿਉਂਕਿ ਇਹਦੇ ਦੋ ਸਿਰੇ ਜਿਹੜੇ ਆ ਦੋ ਵਾਰ ਇਹ ਕੱਟ ਰਹੀ ਹੈ, ਇਹਨੂੰ ਅਸੀਂ ਕਹਿੰਦੇ ਆ ਜੀ ਛੇਦਕ ਰੇਖਾ, ਕਿਉਂਕਿ ਇਹਨੇ ਸਰਕਲ ਦੇ ਵਿੱਚ ਦੋ ਜਗ੍ਹਾ ਛੇਦ ਕਰਤੇ ਆ। ਸੋ ਛੇਦਕ ਰੇਖਾ ਕਹਿ ਲਓ, ਸੀਕੈਂਟ ਕਹਿ ਲਓ, ਠੀਕ ਹੈ। ਸੈਕਿੰਡ ਕੁਐਸਚਨ ਹੈ ਆਪਣੇ ਕੋਲ, ਬਿੰਦੂ A ਹੈਗਾ ਆ x1 y1, B ਹੈਗਾ ਆ x2 y2 ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ਾਂਕ। ਪਹਿਲੇ ਇੰਗਲਿਸ਼ 'ਚ ਪੜ੍ਹ ਲਈਏ। ਕੋਆਰਡੀਨੇਟਸ ਆਫ ਮਿਡ ਪੁਆਇੰਟ ਆਫ ਅ ਲਾਈਨ ਜੁਆਇਨਿੰਗ ਦਾ ਪੁਆਇੰਟ x1 y1, B ਹੈਗਾ x2 y2। ਸਿੰਪਲ ਜੀ ਗੱਲ ਜੇ ਮੈਂ ਤੁਹਾਨੂੰ ਇਹ ਦੱਸਾਂ ਤਾਂ ਮਿਡ ਪੁਆਇੰਟ ਦਾ ਜਿਹੜਾ ਆਪਣੇ ਕੋਲ ਫਾਰਮੂਲਾ ਹੁੰਦਾ, ਦੇਖੋ ਇਹਦੇ ਵਿੱਚ ਕਿੱਥੇ ਆ, ਇਹ ਤਾਂ ਹੈ ਹੀ ਨਹੀਂ, ਇਹ ਵੀ ਹੈ ਨਹੀਂ, ਬਟੇ ਵਾਲੇ ਹੁੰਦੀ ਆ ਅਤੇ ਉਹਦੇ ਵਿੱਚ ਆਪਣੇ ਕੋਲ ਰਕਮਾਂ ਐਡ ਹੁੰਦੀਆਂ, ਯਾਨੀ ਕਿ ਇਹ ਵੀ ਨਹੀਂ ਹੈਗੀ। ਇਹ ਆਪਸ਼ਨ ਬਚੀ, ਇਹੀ ਆਪਣੇ ਕੋਲ ਰਾਈਟ ਆਪਸ਼ਨ ਹੈਗੀ। x1 + x2 ਬਟੇ 2, y1 + y2 ਬਟੇ 2। ਹੁਣ ਅੱਜ ਅਗਲਾ ਕੁਐਸਚਨ ਦੇਖ ਲੈਂਦੇ ਹਾਂ। sin 30 ਦੀ ਵੈਲਿਊ ਦੱਸਣੀ ਹੈ। ਆਪਾਂ ਕੀ ਕਰੀਦਾ, ਆਪਾਂ ਟੇਬਲ ਬਣਾਈਦਾ ਹੈ ਨਾ, ਅਤੇ ਇੱਧਰਲੇ ਪਾਸੇ sin 30 ਲਿਖੀਦਾ ਆ ਜਾਂ ਫਿਰ sin A ਲਿਖੀਦਾ ਆ। ਤਾਂ ਅਸੀਂ ਕੀ ਕਰੀਦਾ, ਪਹਿਲੇ ਆਉਂਦਾ ਕੀ ਆ 0 ਡਿਗਰੀ ਆਉਂਦਾ ਹੈ, ਉਸ ਤੋਂ ਬਾਅਦ 30 ਡਿਗਰੀ ਆਉਂਦਾ ਹੈ ਨਾ। ਸੋ ਪਹਿਲਾ ਸਾਈਨ ਹੀ ਹੁੰਦਾ, ਸੋ ਇਹਦੇ ਲਈ ਅਸੀਂ 0/4 ਦਾ ਰੂਟ ਕਰ ਲਈਦਾ ਆ, ਅਤੇ 0 ਤੋਂ ਬਾਅਦ 1/4 ਦਾ ਰੂਟ ਕਰ ਲਈਦਾ ਹੈ ਨਾ। ਤਾਂ ਇਹਦੀ ਵੈਲਿਊ ਆਪਣੇ ਕੋਲ ਆਉਂਦੀ ਆ 1/2। ਤਾਂ ਇਹ ਕਿਹੜੀ ਆਪਸ਼ਨ 'ਚ ਆ ਜੀ, B ਆਪਸ਼ਨ ਦੇ ਵਿੱਚ ਮੌਜੂਦ ਹੈ। ਅਗਲਾ ਕੁਐਸਚਨ ਵੇਖ ਲੈਂਦੇ ਹਾਂ ਜੀ, ਜਿਹਦੇ ਵਿੱਚ ਕੀ ਕਹਿੰਦੇ ਕਿ ਦਿੱਤੇ ਗਏ ਚਿੱਤਰ AC ਅਤੇ AB ਹੋਵੇਗਾ। ਇਨ ਦਾ ਗਿਵਨ ਫਿਗਰ AC ਅਤੇ AB। ਹੁਣ ਆਪਾਂ ਟਰਾਇੰਗਲ ਵੱਲ ਜੇ ਥੋੜ੍ਹਾ ਫੋਕਸ ਨਾਲ ਦੇਖੀਏ, AC ਅਤੇ AB। AC ਕੀ ਆ, ਪਰਪੈਂਡੀਕੂਲਰ ਲਿਖ ਦਿੰਦੇ ਹਾਂ। AB ਇਹ ਹੈਗਾ ਆ ਬੇਸ। ਤਾਂ ਹੁਣ ਆ ਜਾਓ ਇੱਧਰਲੇ ਪਾਸੇ, ਪੰਡਿਤ ਭਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਤਾਂ P/B ਕਿਹਦੇ ਵਿੱਚ ਆਇਆ ਸੀ, TT ਤੋਂ ਆਪਣੇ ਕੋਲ ਕੀ ਹੁੰਦਾ ਆ tan। ਸੋ ਅੱਜ ਹੁਣ ਆਪਸ਼ਨ ਆਪਣੀ ਦੇਖ ਲਓ, tan ਵਾਲੇ ਕਿੰਨੇ ਆ, C ਆਪਸ਼ਨ ਇਹਦੀ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲ। ਦੈਨ ਆਪਣੇ ਕੋਲ ਸਹੀ ਗਲਤ ਨੇ, ਆਓ ਇਹਨਾਂ ਦੋਨਾਂ ਸਹੀ ਗਲਤਾਂ ਨੂੰ ਕਰ ਲਈਏ। ਫਸਟ ਹੈਗਾ ਆ ਥੀਟਾ ਦੇ ਵਧਣ ਨਾਲ ਸਾਈਨ ਥੀਟਾ ਦਾ ਮੁੱਲ ਵੀ ਵੱਧਦਾ ਹੈ। ਵੈਲਿਊ ਆਫ ਸਾਈਨ ਥੀਟਾ ਇਨਕਰੀਜ਼ਜ਼ ਐਜ਼ ਥੀਟਾ ਇਨਕਰੀਜ਼। ਸੋ ਇਹ ਬਿਲਕੁਲ ਸਹੀ ਸਟੇਟਮੈਂਟ ਹੈ, ਯਾਨੀ ਕਿ ਟਰੂ, ਠੀਕ ਹੈ। ਦੂਜਾ ਦੇਖੋ, ਮੂਲ ਬਿੰਦੂ ਦੇ ਨਿਰਦੇਸ਼ਾਂਕ 0 0 ਹੁੰਦੇ ਹਨ। ਕੋਆਰਡੀਨੇਟ ਆਫ ਔਰਿਜਨ ਇਜ਼ 0 0। ਇਹ ਵੀ ਆਪਣੇ ਕੋਲ ਬਿਲਕੁਲ ਟਰੂ ਹੈ, ਯਾਨੀ ਕਿ ਸਹੀ। ਇਹ ਜਿਹੜਾ ਕੁਐਸਚਨ ਤੁਹਾਨੂੰ ਪਾਇਆ ਔਰਿਜਨ ਵਾਲਾ, ਇਹ ਵੈਸੇ 9th ਕਲਾਸ ਦਾ ਕੁਐਸਚਨ ਹੈ, ਜੋ ਕਿ ਤੁਹਾਡੀ ਨੌਲੇਜ ਚੈੱਕ ਕਰਨ ਵਾਸਤੇ ਪਾਇਆ ਹੈ ਮੇਰਾ ਖਿਆਲ। ਫਿਰ ਦੇਖੋ ਆਪਣੇ ਕੋਲ ਕੁਐਸਚਨ ਹੈਗਾ ਆ ਸਾਈਨ ਸਕੇਅਰ A + cos ਸਕੇਅਰ A। ਸਰ ਇਹ ਇੱਕ ਫਾਰਮੂਲਾ ਜਾਂ ਕਹਿ ਲਓ ਆਇਡੈਂਟੀਟੀ ਬਣਦੀ ਹੈ, ਜੋ ਕਿ ਬਰਾਬਰ ਹੁੰਦੀ ਹੈ 1 ਦੇ। ਚੱਕਰ ਅਤੇ ਉਸਦੇ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਡੈਸ਼ ਕਹਿੰਦੇ ਹਨ। ਦਾ ਕਾਮਨ ਪੁਆਇੰਟ ਆਫ ਅ ਸਰਕਲ ਐਂਡ ਇਟਸ ਟੇਂਜੈਂਟ ਇਜ਼ ਕਾਲਡ।
देखो इन ਇਹਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਜੇਕਰ ਇਹ ਇੱਕ ਸਰਕਲ ਆ ਤੇ ਇਹ ਇੱਕ ਅਜਿਹੀ ਰੇਖਾ ਆ ਜਿਹੜੀ, ਇੱਕ ਮਿੰਟ, ਇਹ ਇੱਕ ਅਜਿਹੀ ਰੇਖਾ ਆ ਜੇ ਟੇਂਜੈਂਟ ਆ ਜਿਹੜੀ ਕਿ ਸਿਰਫ ਇਹਨੂੰ ਇਹਦਾ ਟੱਚ ਕਰ ਰਹੀ ਆ, ਠੀਕ ਆ। ਤਾਂ ਇੱਥੇ ਜਿਹੜਾ ਪੁਆਇੰਟ ਆਪਣੇ ਕੋਲ ਟੱਚ ਕਰਨ 'ਤੇ ਬਣਦਾ ਆ, ਇਸ ਪੁਆਇੰਟ ਨੂੰ ਅਸੀਂ ਕੀ ਕਹਿੰਦੇ ਆ, ਠੀਕ ਹੈ। ਤੇ ਇਹਨੂੰ ਅਸੀਂ ਕਹਿੰਦੇ ਆ ਜੀ ਪੁਆਇੰਟ ਆਫ ਕੰਟੈਕਟ। ਕੀ ਕਹਿੰਦੇ ਆ ਜੀ? ਪੁਆਇੰਟ ਆਫ ਕੰਟੈਕਟ। ਪੰਜਾਬੀ ਮੀਡੀਅਮ ਵਾਲੇ ਇਸ ਦਾ ਆਨਸਰ ਮੈਨੂੰ ਕਮੈਂਟ ਵਿੱਚ ਕਰ ਦੇਣਾ, ਠੀਕ ਹੈ ਜੀ। ਤਾਂ ਆਓ ਹੁਣ ਭਾਗ ਐੜਾ ਸ਼ੁਰੂ ਕਰਦੇ ਹਾਂ। ਆ ਜਾਓ ਜੀ, ਤਾਂ ਵੇਖ ਲਓ ਕੁਐਸਚਨ ਨੂੰ। ਭਾਗ ਐੜੇ ਦੇ ਕੁਐਸਚਨ ਜਿਹੜੇ ਕਿ ਹਰੇਕ ਪ੍ਰਸ਼ਨ 4 ਅੰਕ ਦੇ ਆਪਣੇ ਕੋਲ ਹੈਗੇ ਆ, ਠੀਕ ਹੈ। ਸੋ ਇਹਦੇ ਵਿੱਚ ਆਪਣਾ ਨੂੰ 4 ਅੰਕ ਮਿਲਣੇ। ਕਿੰਨੇ ਮਿਲਣੇ ਜੀ? 4। ਸੋ ਫਸਟ ਕੁਐਸਚਨ ਹੈ ਆਪਣੇ ਕੋਲ ਇੱਥੇ ਕਿ ਨਿਰਧਾਰਿਤ ਕਰੋ ਕਿ ਬਿੰਦੂ ਆ ਜਿਹੜੇ ਦਿੱਤੇ ਆ ਇਹ ਸਮਰੇਖੀ ਆ। ਚੈੱਕ ਦਾ ਵੈਦਰ ਆਫ ਦਾ ਪੁਆਇੰਟ ਇਜ਼ ਆਰ ਕੋਲੀਨੀਅਰ ਔਰ ਨੋਟ। ਸੋ ਦੇਖੋ ਅਸੀਂ ਇਹਨਾਂ ਨੂੰ ਕਿੱਦਾਂ ਕਰਾਂਗੇ। ਅਸੀਂ ਇੱਕ ਨੂੰ A ਮੰਨ ਲਾਂਗੇ, ਦੂਸਰੇ ਨੂੰ B ਮੰਨ ਲਾਂਗੇ ਅਤੇ ਤੀਜੇ ਨੂੰ C ਮੰਨ ਲਾਂਗੇ। ਡਿਸਟੈਂਸ ਫਾਰਮੂਲੇ ਦੇ ਥਰੂ AB, BC ਅਤੇ AC ਪਤਾ ਕਰਾਂਗੇ। ਹੁਣ ਮੈਂ ਤੁਹਾਨੂੰ ਸੋਲਵ ਕਰਕੇ ਦਿਖਾ ਦਿੰਦਾ ਹਾਂ। ਫਸਟ AC। ਸੋ ਇੱਥੇ ਇੱਕ ਵਾਰੀ ਫਾਰਮੂਲਾ ਅਸੀਂ ਲਿਖਿਆ ਹੈ, ਤੁਸੀਂ 3 ਵਾਰ ਚਾਹੇ ਤਾਂ ਲਿਖ ਲਿਓ, ਜ਼ਿਆਦਾ ਵਧੀਆ ਰਹੂਗਾ, ਠੀਕ ਹੈ ਜੀ। ਤਾਂ ਹੁਣ ਦੇਖੋ ਕੀ ਕਰਨਾ। ਪਹਿਲੇ ਅਸੀਂ ਜਿੱਦਾਂ ਕਿ ਆ ਤੁਸੀਂ ਦੇਖ ਸਕਦੇ ਹੋ ਫਾਰਮੂਲਾ ਲਿਖ ਲਿਆ, x2 - x1 ਦਾ ਹੋਲ ਸਕੁਏਅਰ ਪਲੱਸ y2 - y1 ਦਾ ਹੋਲ ਸਕੁਏਅਰ। ਹੁਣ ਅਸੀਂ ਦੇਖੋ ਕੀ ਕੀਤਾ, ਜਿਹੜੀ ਇਹਨਾਂ ਦੀ ਵੈਲਿਊਜ਼ ਸੀਗੀ ਉਹ ਪਾਤੀਆਂ। ਹੁਣ ਦੇਖੋ ਜਿਹੜੀ ਅਸੀਂ ਆ A B C ਲਈਆਂ ਆ, ਇਹਨਾਂ ਦੇ ਵਿੱਚ x1 y1 x2 y2 ਯਾਨੀ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਕਿੱਦਾਂ ਕਰੀਦਾ ਆ। ਉਸ ਹਿਸਾਬ ਨਾਲ ਅਸੀਂ ਵੈਲਿਊਜ਼ ਪਾਈਆਂ। 2 - 1 ਦਾ ਸਕੁਏਅਰ ਅਤੇ 3 - 5 ਦਾ ਸਕੁਏਅਰ। 2 ਅਤੇ 3, 2 ਦੇ ਵਿੱਚੋਂ ਇੱਕ ਆ ਗਿਆ 1 ਅਤੇ 1 ਦਾ ਸਕੁਏਅਰ, ਹੈ ਨਾ, ਕਿਉਂਕਿ ਆਹ ਸਕੁਏਅਰ ਪਿਆ ਹੋਇਆ ਸੀ। ਸੇਮ ਹੇਅਰ 5 ਦੇ ਵਿੱਚੋਂ 3 ਘਟੇ ਤਾਂ ਆ ਗਿਆ -2 ਅਤੇ ਇਹਦਾ ਸਕੁਏਅਰ ਐਜ਼ ਇਟ ਇਜ਼। ਹੁਣ -2 ਨੂੰ 2 ਵਾਰ ਗੁਣਾ ਕਰਨ 'ਤੇ ਆਪਣਾ ਨੂੰ ਪਲੱਸ ਦਾ 4 ਪ੍ਰਾਪਤ ਹੁੰਦਾ ਆ। ਸੋ ਪਲੱਸ ਦਾ 4 ਅਤੇ 1 ਦਾ ਸਕੁਏਅਰ ਆਪਣੇ ਕੋਲ 1 ਹੀ ਹੁੰਦਾ ਆ ਅਤੇ ਪੂਰਾ ਦਾ ਅੰਡਰ ਰੂਟ ਚੱਲ ਰਿਹਾ ਸੀਗਾ। ਤਾਂ ਇਹ ਆ ਗਿਆ ਅੰਡਰ ਰੂਟ 5, ਠੀਕ ਹੈ। ਹੁਣ ਦੇਖੋ BC ਦੇ ਵਿੱਚ -2 -2 ਦਾ ਸਕੁਏਅਰ ਪਲੱਸ -11 - 3 ਦਾ ਸਕੁਏਅਰ। ਸੋ ਇੱਧਰਲੇ ਪਾਸੇ -4 ਸਕੁਏਅਰ ਆ ਗਿਆ, ਇੱਧਰਲੇ ਪਾਸੇ -14 ਸਕੁਏਅਰ ਆ ਗਿਆ। ਇਹ ਆਪਣੇ ਕੋਲ ਆ ਗਿਆ 16 - 196 ਜਿਹਨੂੰ ਕੀ ਕਰਕੇ 212 ਆ ਗਿਆ, ਠੀਕ ਹੈ। AC ਦੇ ਵਿੱਚ ਉਹਦੀ ਵੈਲਿਊਜ਼ ਪਾਈਆਂ ਅਤੇ ਉਹਨਾਂ ਦਾ ਸਕੁਏਅਰ ਕੀਤਾ ਅਤੇ 9 - 256 ਹੈ ਜਿਹਨੂੰ ਕਿ 265 ਆਪਣੇ ਕੋਲ ਵਰਗਮੂਲ ਦੇ ਅੰਦਰ ਆ ਗਿਆ। ਅਤੇ ਦੇਖੋ A - BC ਇਕੁਅਲ ਨਹੀਂ ਸੀਗਾ AC ਦੇ, ਇਸ ਕਰਕੇ ਨੋਨ ਕੋਲੀਨੀਅਰ, ਯਾਨੀ ਕਿ ਨਾਲੇ ਵੈਸੇ ਵੀ ਦੇਖੋ ਤਿੰਨਾਂ ਦੇ ਜਦ ਆਨਸਰ ਅਲੱਗ-ਅਲੱਗ ਨੇ ਤਾਂ ਇਹ ਕੋਲੀਨੀਅਰ ਹੋ ਹੀ ਨਹੀਂ ਸਕਦੇ, ਹੈ ਨਾ ਜੀ। ਸੋ ਅਸੀਂ ਕਹਿ ਸਕਦੇ ਹਾਂ ਕਿ ਰੇਖੀ ਜਿਹੜੇ ਆ ਸਮਰੇਖੀ ਨਹੀਂ ਹੈਗੇ, ਠੀਕ ਹੈ। ਸੋ ਇੱਥੇ ਕੰਪਲੀਟ ਹੁੰਦਾ ਹੈ ਕੁਐਸਚਨ ਅਤੇ ਇਹਦੇ ਤੁਹਾਨੂੰ ਮਿਲ ਜਾਣੇ ਜੀ 4 ਮਾਰਕਸ। ਜਿਹੜਾ ਇਹਦੀ ਔਰ ਦੇ ਵਿੱਚ ਕੁਐਸਚਨ ਸੀਗਾ, ਮੈਂ ਤੁਹਾਨੂੰ ਕਿਹਾ ਨਾ ਜਾਂ ਵਾਲੇ ਪ੍ਰਸ਼ਨ ਵੀ ਕਰਾਂਗੇ। ਤਾਂ ਆਹ ਦੇਖੋ, ਆ ਜਿਹੜਾ ਔਰ ਹੈ ਉਹਦੇ ਵਿੱਚ ਪ੍ਰਸ਼ਨ ਸੀਗਾ ਬਿੰਦੂ 4 - 1 ਅਤੇ 2 - 3 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 3 ਸਮਾਨ ਭਾਗਾਂ ਵਿੱਚ ਵਾਲੇ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰੋ। ਫਾਈਂਡ ਦਾ ਕੋਆਰਡੀਨੇਟ ਆਫ ਦਾ ਪੁਆਇੰਟ ਆਫ ਟ੍ਰਾਈਸੈਕਟਰ ਲਾਈਨ ਜੁਆਇਨਿੰਗ ਦਾ ਪੁਆਇੰਟ। ਸੋ ਦੇਖੋ ਅਸੀਂ ਕੀ ਕੀਤਾ, ਇੱਥੇ ਇੱਕ ਲਾਈਨ ਲੈ ਲਈ A ਅਤੇ ਇੱਧਰਲੇ ਪਾਸੇ ਆ ਲੈ ਲਈ B। ਕਿਉਂਕਿ ਟ੍ਰਾਈਸੈਕਟ ਕਿਹਾ ਗਿਆ ਹੈ ਸੋ 3 ਵਾਰ ਕੱਟੂਗੀ ਇੱਥੋਂ ਦੀ, ਫਿਰ ਆਪਾਂ C ਅਤੇ D ਤੋਂ ਆਪਣੇ ਵੱਲੋਂ ਪੁਆਇੰਟ ਲੈ ਲਏ ਹਨ, ਠੀਕ ਹੈ। ਅਤੇ ਅਸੀਂ ਕੀ ਕੀਤਾ, ਇੱਥੇ ਸੈਕਸ਼ਨ ਫਾਰਮੂਲਾ ਲੈਣਾ ਸੀ। ਉਸ ਤੋਂ ਪਹਿਲਾਂ ਅਸੀਂ M1 M2 ਦੀ ਰੇਸ਼ੋਜ਼ ਲੈ ਲਈਆਂ। ਦੇਖੋ C ਦਾ ਰਾਈਟ ਪਾਸਾ 1 ਆ, ਸੋ 1 ਅਤੇ ਇੱਧਰਲੇ ਪਾਸੇ 1 2 ਹੈ, ਇਸ ਕਰਕੇ 2 ਇਹ ਰੇਸ਼ੋ ਬਣ ਗਈ। ਇੱਧਰਲੇ ਪਾਸੇ 2:1 ਬਣ ਗਈ ਹੋਣੀ, ਹੈ ਨਾ ਜੀ। ਸੋ ਜਦੋਂ ਇੱਦਾਂ ਆਪਣੇ ਕੋਲ ਇਹ ਚੀਜ਼ਾਂ ਬਣ ਗਈਆਂ, ਫਿਰ ਅਸੀਂ ਸੈਕਸ਼ਨ ਫਾਰਮੂਲਾ ਯਾਨੀ ਕਿ ਵਿਭਾਜਨ ਸੂਤਰ ਲਗਾਇਆ, ਜੋ ਕਿ ਕੁਝ ਇਹ ਹੈ। ਤੁਸੀਂ ਚਾਹੇ ਤਾਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਫਿਰ ਹੁਣ ਅਸੀਂ ਕੀ ਕਰਨਾ ਜੀ, ਇਹਨਾਂ ਦੇ ਜਿਹੜੇ ਮੂਲ ਬਿੰਦੂ ਆ ਉਹ ਅਸੀਂ ਪਤਾ ਕਰਨੇ ਆ, ਮੇਰਾ ਖਿਆਲ ਆ। ਹਾਂਜੀ, ਬਿੰਦੂ ਦੇ ਨਿਰਦੇਸ਼ਾਂਕ ਯਾਨੀ ਕਿ ਕੋਆਰਡੀਨੇਟਸ ਪਤਾ ਕਰਨੇ ਨੇ। ਸੋ ਅਸੀਂ ਕੀ ਕੀਤਾ, ਪਹਿਲੇ ਆਪਣੇ ਕੋਲ ਕਿਉਂਕਿ 2 ਪੁਆਇੰਟ ਹੈ, ਇੱਕ C ਹੈ ਅਤੇ D ਆ, ਦੋਨਾਂ ਦਾ ਅਲੱਗ-ਅਲੱਗ ਪਤਾ ਕਰਨਾ ਸੀ। ਤਾਂ C ਅਤੇ D ਅਸੀਂ ਦੋਨਾਂ ਦਾ ਅਲੱਗ-ਅਲੱਗ ਪਤਾ ਕੀਤਾ। ਉਹਦੇ ਲਈ ਅਸੀਂ ਇਹਨੂੰ x1 ਅਤੇ y1 ਅਤੇ ਇਹਨੂੰ x2 ਅਤੇ y2 ਮੰਨ ਕੇ ਚੱਲਾਂਗੇ।
ਫਿਰ ਅਸੀਂ ਇਹਨਾਂ ਦੇ ਵਿੱਚ ਵੈਲਿਊਜ਼ ਪਾਉਣੀਆਂ ਆ, ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ 1 ਗੁਣਾ -2 ਪਲੱਸ 2 ਗੁਣਾ 4। ਇਹ ਤੁਸੀਂ ਕਹੋਗੇ ਇਹ ਕਿੱਦਾਂ ਆ ਗਿਆ, ਤਾਂ ਦੇਖੋ ਆਪਣੇ ਕੋਲ ਫਾਰਮੂਲੇ ਦੇ ਅਕੋਰਡਿੰਗ ਵੈਲਿਊਜ਼ ਪਾਉਣ ਤੇ ਆਹ ਚੀਜ਼ਾਂ ਆਈ ਜਾਣਗੀਆਂ, ਤੁਹਾਨੂੰ ਸਮਝ ਆ ਜਾਂਦਾ ਹੋਣਾ ਆ। ਜਿਹੜਾ ਪਹਿਲਾਂ ਵਾਲੀ ਰੇਸ਼ੋ ਆਈ ਸੀ ਉਹਨੂੰ M1 ਮੰਨ ਲਿਆ, ਜਿਹੜੀ ਦੂਜੀ ਵਾਲੀ ਰੇਸ਼ੋ ਆਈ ਹੈ ਉਹਨੂੰ M2 ਮੰਨ ਲਿਆ, ਠੀਕ ਹੈ। ਫਿਰ ਅਸੀਂ ਇਹਨਾਂ ਦੇ ਵਿੱਚ ਜਦੋਂ ਵੈਲਿਊਜ਼ ਪਾਈਆਂ ਆਪਣੇ ਕੋਲ C ਜਿਹੜਾ ਆ ਉਹ 2, -5/3 ਆਇਆ, ਅਤੇ D ਦੇ ਵਿੱਚ ਸੇਮ ਉਹੀ ਫਾਰਮੂਲਾ ਆਹ ਡਿਸਟੈਂਸ ਵਾਲਾ ਸੈਕਸ਼ਨ ਫਾਰਮੂਲਾ ਵਰਤਿਆ ਅਤੇ ਆਪਣੇ ਕੋਲ ਆਨਸਰ 0 -3 ਆਇਆ। ਅਤੇ ਹੁਣ ਮੈਂ ਚਾਹਾਂਗਾ ਤੁਸੀਂ ਇਸਦਾ ਸਕਰੀਨਸ਼ਾਟ ਲੈ ਲਓ ਤਾਂ ਜੋ ਤੁਹਾਨੂੰ ਇਹਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਆਵੇ, ਠੀਕ ਹੈ। ਸੋ ਦੇਖੋ ਇਹਦੇ ਵਿੱਚ ਸਮਝਾਇਆ ਤਾਂ ਨਹੀਂ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਸਿੰਪਲ ਕੈਲਕੂਲੇਸ਼ਨ ਆ, ਹੈ ਨਾ ਜੀ। ਆਹ ਦੇਖੋ ਜਿਵੇਂ ਕਿ ਸਿੰਪਲ ਕੈਲਕੂਲੇਸ਼ਨ ਕਿਵੇਂ ਆ, ਜਿੱਦਾਂ ਕਿ 2 -2 = 8, 6 ਬਣ ਜਾਣਾ ਆ /3, ਇਹ ਤੁਹਾਨੂੰ ਆਉਂਦੀ ਆ, ਹੈ ਨਾ। ਅਤੇ ਆਹ ਦੇਖੋ ਕੈਂਸਲ ਕਰਕੇ 2 ਆ ਗਿਆ, ਤਾਂ ਉਹੀ 2 ਅਤੇ ਇੱਧਰਲੇ ਪਾਸੇ ਆਹ ਚੀਜ਼ ਆ ਗਈ, ਠੀਕ ਹੈ। ਸੋ ਇਸ ਤੋਂ ਬਾਅਦ ਦੇਖੋ ਆਪਣੇ ਕੋਲ C ਅਤੇ D ਦੇ ਜਦੋਂ ਕੋਆਰਡੀਨੇਟਸ ਫਾਈਂਡ ਹੋ ਗਏ ਤਾਂ ਬਸ ਇਹੀ ਆਪਾਂ ਪਤਾ ਕਰਨੇ ਸੀਗੇ, ਤਾਂ ਇੱਥੇ ਅਸੀਂ ਆਪਣਾ ਆਨਸਰ ਛੱਡ ਦਾਂਗੇ, ਠੀਕ ਹੈ। ਆ ਜਾਓ ਅਗਲੇ ਕੁਐਸਚਨ 'ਤੇ, ਜਿਹਦੇ ਵਿੱਚ ਸਾਨੂੰ ਟ੍ਰਿਗੋਨੋਮੈਟਰੀ ਦਾ ਕੁਐਸਚਨ ਪਾਇਆ ਕਿ ਆਹ ਵਾਲੀ ਚੀਜ਼ ਇਹਦੇ ਬਰਾਬਰ ਹੈ, ਇਹ ਚੀਜ਼ ਅਸੀਂ ਕਰਨੀ ਸੀ ਜੀ ਪ੍ਰੂਵ, ਠੀਕ ਹੈ। ਪ੍ਰੂਵ ਕਿਵੇਂ ਕੀਤੀ ਆ, ਆਹ ਦੇਖੋ ਅਸੀਂ LHS ਨੂੰ RHS ਦੇ ਅਪਰੂਵਲ ਕਰਨਾ, ਤਾਂ ਆਹ ਚੀਜ਼ ਜਿਹੜੀ ਆਪਣੇ ਕੋਲ ਹੈ ਇਹਦਾ ਕੋਈ ਹੱਲ ਨਹੀਂ ਸੀ ਨਿਕਲਦਾ, ਇਸ ਕਰਕੇ ਅਸੀਂ ਕੀ ਕੀਤਾ, ਇਹਨੂੰ ਰੈਸ਼ਨਲਾਈਜ਼ ਕਰ ਲਿਆ। ਯਾਦ ਰੱਖਿਓ ਇੱਥੇ ਆ ਸਟੈਪ ਲਿਖਿਆ ਨਹੀਂ ਗਿਆ, ਪਰ ਅਸੀਂ ਇਹਨੂੰ ਯਾਦ ਨਾਲ ਰੈਸ਼ਨਲਾਈਜ਼ ਕੀਤਾ ਆ, ਯਾਨੀ ਕਿ ਥੱਲੇ ਜਿਹੜੀ ਚੀਜ਼ ਸੀ ਉਹਦੀ ਪਰਿਮੇਯੀਕਰਨ ਕਰਤੀ, ਜਿਹਦੇ ਨਾਲ ਉੱਪਰ ਤਾਂ ਆਪਣੇ ਕੋਲ 1 ਜਮਾ ਸਾਈਨ ਦਾ ਸਕੁਅਰ ਬਣ ਗਿਆ, ਅਤੇ ਥੱਲੇ A² - B² ਦਾ ਫਾਰਮੂਲਾ ਬਣਿਆ ਨਾ। ਆ ਦੇਖੋ ਇੱਥੇ ਮਾਈਨਸ ਹੈ, ਇੱਥੇ ਪਲੱਸ ਹੈ, ਸੋ A² - B²। ਫਿਰ ਆਹ ਵਾਲੀ ਚੀਜ਼ ਆਪਣੇ ਕੋਲ ਬਣ ਗਈ 1 ਜਮਾ ਸਾਈਨ A ਦਾ ਸਕੁਅਰ ਬਟੇ ਦੇਖੋ ਹੁਣ A² - B², ਇੱਥੋਂ ਦੀ ਆ ਗਿਆ 1 ਸਕੁਅਰ ਮਾਈਨਸ ਸਾਈਨ ਦਾ ਸਕੁਅਰ, ਅਤੇ 1 ਸਕੁਅਰ ਮਾਈਨਸ ਸਾਈਨ ਸਕੁਅਰ ਕਿਹਦੇ ਬਰਾਬਰ ਹੁੰਦਾ, ਕੋਜ਼ ਸਕੁਅਰ ਦੇ, ਜੋ ਕਿ ਅਸੀਂ ਉਹਦੀ ਜਗ੍ਹਾ ਲਿਖਤਾ। ਤਾਂ ਕੀ ਕੀਤਾ ਜੀ, ਇਹ ਸਾਰੇ ਦਾ ਰੂਟ ਪਿਆ ਸੀਗਾ, ਤਾਂ ਅਸੀਂ ਸਕੁਅਰ ਨਾਲ ਰੂਟ ਕੈਂਸਲ ਕਰਤਾ, ਸਕੁਅਰ ਨਾਲ ਰੂਟ ਕੈਂਸਲ ਕਰਤਾ, ਤਾਂ ਆਪਣੇ ਕੋਲ ਸਿੰਗਲ ਵੈਲਿਊਜ਼ ਆ ਜਿਹੜੀਆਂ ਬਚ ਗਈਆਂ। ਹੁਣ 1 ਜਮਾ ਸਾਈਨ ਬਟੇ ਕੋਜ਼ ਇਹਨੂੰ ਅਸੀਂ 1/cos ਅਤੇ ਸਾਈਨ ਬਟੇ ਕੋਸ ਲਿਖ ਕੇ ਆਨਸਰ ਕਿੱਦਾਂ ਕੱਢਿਆ ਇਹ ਦੇਖ ਲਓ। 1/cos ਦਾ ਕਿੰਨਾ ਹੁੰਦਾ ਹੈ, ਸੀਕੈਂਟ, ਅਤੇ ਸਾਈਨ ਬਟੇ ਕੋਜ਼ ਕਿੰਨਾ ਹੁੰਦਾ, tan ਹੈ। ਸੋ LHS RHS ਦੀ ਇਕੁਅਲ ਆ ਗਈ, ਆਨਸਰ ਪ੍ਰੂਵਡ ਹੈ, ਠੀਕ ਹੈ। ਸੋ ਔਰ ਦੇ ਵਿੱਚ ਕੁਐਸਚਨ ਜਿਹੜਾ ਦਿੱਤਾ ਸੀਗਾ ਉਹ ਇਹ ਵਾਲਾ ਸੀਗਾ, ਜਿਹਦੇ ਵਿੱਚ ਅਸੀਂ tan AB ਜਮ੍ਹਾਂ ਕਰਨੀ ਸੀ tan 60 ਦੇ, ਅਤੇ tan A - B ਕਰਨਾ ਸੀ tan 30 ਦੇ। ਮੈਂ ਤੁਹਾਨੂੰ ਇਹਦਾ ਕੁਐਸਚਨ ਦਿਖਾ ਦਾਂਗਾ, ਫਸਟ ਆਫ ਸੋਲਿਊਸ਼ਨ ਦੇਖ ਲਓ। tan ਦੇ ਨਾਲ tan ਕੱਟਿਆ ਗਿਆ, ਇੱਥੋਂ ਵੀ tan ਦੇ ਨਾਲ tan ਕੱਟਿਆ ਗਿਆ, ਤਾਂ A ਜਮ੍ਹਾਂ B ਇੱਧਰਲੇ ਪਾਸੇ ਬਚਿਆ ਅਤੇ 60 ਡਿਗਰੀ ਬਚਿਆ, ਇੱਧਰਲੇ ਪਾਸੇ A - B ਅਤੇ 30 ਡਿਗਰੀ ਬਚਿਆ। ਹੁਣ ਕੀਤਾ ਕੀ, ਪਹਿਲੇ ਥੋੜ੍ਹੀ ਸਫਾਈ ਕਰ ਲਈਏ, ਹੁਣ ਸਮਝ ਲਓ ਕੀਤਾ ਕੀ। ਪਲੱਸ ਦਾ B ਆ ਇਹ, ਅਤੇ ਮਾਈਨਸ ਦਾ B ਆ, ਇਹਨਾਂ ਨੂੰ ਅਸੀਂ ਕੈਂਸਲ ਕਰ ਲਿਆ, ਯਾਨੀ ਕਿ ਇਹਨਾਂ ਦੋਨਾਂ ਨੂੰ ਅਸੀਂ ਐਡ ਕਰਦੇ ਪਏ। ਇੱਥੇ ਪਲੱਸ ਦਾ ਸਾਈਨ ਪਾ ਲਓ, A ਪਲੱਸ ਦਾ A ਮਾਈਨਸ ਦਾ ਕੈਂਸਲ ਹੋ ਗਿਆ, A ਅਤੇ A ਜੁੜ ਕੇ 2A ਬਣ ਗਏ, 30 ਅਤੇ 60 ਜੁੜ ਕੇ 90 ਬਣ ਗਏ। 2 ਦੀ 90 ਨਾਲ ਕਟਿੰਗ ਕੀਤੀ ਤਾਂ 45 ਆਇਆ, ਇਹ ਆ ਗਿਆ 45 ਡਿਗਰੀ। 2 ਇਕੁਏਸ਼ਨ ਸੀਗੀਆਂ ਉਹਦੇ ਵਿੱਚ ਪੁੱਟ ਇਨ 1, ਇਕੁਏਸ਼ਨ 1 ਦੇ ਵਿੱਚ ਜਦੋਂ ਅਸੀਂ ਵੈਲਿਊਜ਼ ਪਾਈਆਂ ਆਪਣੇ ਕੋਲ 15 ਆਨਸਰ ਆ ਗਿਆ B ਦਾ, ਅਤੇ A ਦਾ ਆਨਸਰ ਆ ਗਿਆ 45 ਡਿਗਰੀ, ਠੀਕ ਹੈ ਜੀ। ਸੋ ਆਪਣੇ ਕੋਲ ਅਗਲਾ ਜਿਹੜਾ ਕੁਐਸਚਨ ਹੈਗਾ ਆ ਉਹ ਹੇਠ ਲਿਖਿਆ ਆ, ਉਹ ਇਹ ਆ, ਪਹਿਲੇ ਕੁਐਸਚਨ ਪੜ੍ਹ ਲਓ, ਸੋਲਿਊਸ਼ਨ ਫਿਰ ਕਰਾਂਗੇ। ਕਿ ਜ਼ਮੀਨ ਤੋਂ 60 ਕਿਲੋਮੀਟਰ ਦੀ ਉਚਾਈ 'ਤੇ ਇੱਕ ਪਤੰਗ ਉੱਡ ਰਹੀ ਹੈ, ਇਸ ਪਤੰਗ ਲੱਗੇ ਧਾਗੇ ਦੀ ਅਸਥਾਈ ਰੂਪ ਵਿੱਚ ਜ਼ਮੀਨ 'ਤੇ ਇੱਕ ਬਿੰਦੂ ਨਾਲ ਬੰਨ੍ਹ ਦਿੱਤਾ ਗਿਆ ਹੈ। ਜ਼ਮੀਨ ਨਾਲ ਧਾਗੇ ਦਾ ਉਚਾਣ ਕੋਣ 60 ਡਿਗਰੀ ਦਾ ਹੈ, ਇਹ ਮੰਨ ਕੇ ਧਾਗੇ ਦੀ ਢਿੱਲ ਨਹੀਂ ਹੈ, ਇਹ ਮੰਨੋ ਕਿ ਧਾਗੇ ਦੀ ਢਿੱਲ ਨਹੀਂ ਹੈ, ਧਾਗੇ ਦੀ ਲੰਬਾਈ ਪਤਾ ਕਰੋ, ਠੀਕ ਹੈ। ਸਾਰਾ ਕੁਛ ਉਹੀ ਚੀਜ਼ ਜਿਹੜੀ ਆ ਤੁਹਾਨੂੰ ਇੰਗਲਿਸ਼ ਦੇ ਵਿੱਚ ਵੀ ਲਿਖੀ ਹੋਈ ਆ। ਇਮੈਜਿਨ ਕੀਤਾ ਆਹ ਚੀਜ਼ ਕਿ ਜਿਹੜੀ ਪਤੰਗ ਆ ਉਹ ਇੱਥੇ ਉੱਡਦੀ ਪਈ ਆ, ਉਹਦੀ ਜਿਹੜੀ ਸਿੱਧੀ ਹਾਈਟ ਆ ਉਹ ਇਹ ਆ, ਅਤੇ ਆਹ ਜਿਹੜਾ ਕੀ ਹੈ ਇੱਥੇ ਆ ਟੇਢੀ ਹਾਈਪੋਟੇਨਸ ਦੇ ਤੌਰ 'ਤੇ ਉਹਦਾ 60 ਡਿਗਰੀ ਦਾ ਕੋਣ ਬਣਦਾ ਪਿਆ ਆ। ਅਸੀਂ ਧਾਗਾ ਜਿਹੜਾ ਆ, ਯਾਨੀ ਕਿ ਜਿਹੜੀ ਇਹ ਡੋਰ ਆ ਨਾ, ਡੋਰ ਦੀ ਹਾਈਟ ਪਤਾ ਕਰਨੀ ਆ, ਠੀਕ ਹੈ ਜੀ। ਸੋ ਉਹਦੇ ਲਈ ਅਸੀਂ ਕੀ ਸੋਲਿਊਸ਼ਨ ਵਿੱਚ ਲਿਖਿਆ ਕਿ ਇਨ ਰਾਈਟ ਟ੍ਰਾਇੰਗਲ ABC AB/BC = sin 60। ਹੁਣ ਦੇਖੋ ਅਸੀਂ AB
बी तो सी ही क्यों लिया, क्योंकि बी सी की है जी डोर की लंबाई जो कि ਅਸੀਂ पता करनी है ना जी। तो आ अपना नूं दिता है, अपना नूं फिर सौखा रहना पता करना है, 60 दिता है। तो ये हो गया अपने को परपेंडिकुलर, ये हो गया अपने को हाइपोटेनियस। तो पी बटा एच होंदा है साइन का, इस करके साइन लिया आ। 60 डिग्री इत्थे दिता सी, सो 60 डिग्री वरत्या। हुण ए बी की जी वैल्यू सी वो सी 60 मीटर, जो कि असीं इत्थे लिख दी है। बी सी की जी वैल्यू नहीं पता। हुण की होना आ, साइन 60 की वैल्यू √3/2 आ गई, यानी कि जो इसकी वैल्यू सी वो लिखती। हुण इन्हां दी तिरछी गुणा कराती, यानी कि क्रॉस मल्टीप्लाई। √3 बी सी बराबर 120 आया। हुण बी सी बराबर ये थले भेजता डिवाइड दे विच इधरले पासे 120/√3 जो आ गया, इनू रैशनलाइज किया तो अपने कोल 40√3 मीटर आंसर आ गया। ठीक है, सो इत्थे ही अपना विद्यार्थियों खत्म हुंदा आ सारा दा सारा सैंपल पेपर, जिहदे नाल तुहाडे वधिया मार्क्स आ जाणगे। सो इस करके तुसीं की करना, चैनल नू सबसक्राइब करना। थैंक यू एंड हैव अ नाइस डे।